ਡਾਕਟਰ ਸਾਹਿਬ ਜਿਵੇਂ ਸਲੀਪਿੰਗ ਡਿਸਆਰਡਰ ਕਹਿੰਦੇ ਨੇ ਜਿਹੜੀ ਚੀਜ਼, ਇਹ ਚੀਜ਼ ਅਸਲ ਦੇ ਵਿੱਚ ਹੈ ਕੀ ਆ? ਕਿ ਇਹ ਸਿਰਫ ਟਾਈਮਿੰਗ ਦਾ ਜਿਹੜਾ ਫੇਰ ਬਦਲ ਕਹਿ ਸਕਦੇ ਆ ਜਾਂ ਕੋਈ ਹੋਰ ਇਸ ਦੇ ਵਿੱਚ ਚੱਕਰ ਹੈ? ਸਲੀਪ ਡਿਸਆਰਡਰ ਅਸੀਂ ਉਦੋਂ ਕਹਿੰਦੇ ਆ ਜਦੋਂ ਸਲੀਪ ਜਾਂ ਤਾਂ ਰਾਤ ਨੂੰ ਸੌਣ 'ਚ ਡਿਫਿਕਲਟੀ ਹੋਵੇ, ਨੀਂਦ ਪੂਰੀ ਨਾ ਆਉਂਦੀ ਹੋਵੇ, ਸਾਰੀ ਰਾਤ ਜਾਗਦੇ ਰਹੀਏ, ਜਾਂ ਦਿਨ ਦੇ ਵਿੱਚ ਨੀਂਦ ਆਉਂਦੀ ਹੋਵੇ ਰਾਤ ਨੂੰ ਜਾਗਦੇ ਰਹੀਏ, ਜਾਂ ਸੌਣ ਵੇਲੇ ਅਸੀਂ ਬੇਚੈਨ ਰਹੀਏ, ਹੱਥ ਪੈਰ ਮਾਰਦੇ ਰਹੀਏ, ਜਾਂ ਕੁਝ ਆਵਾਜ਼ਾਂ ਆਉਂਦੀਆਂ ਰਹਿਣ, ਸਾਹਾਂ ਦੀਆਂ ਆਵਾਜ਼ਾਂ, ਘਰਾਟਿਆਂ ਦੀਆਂ ਆਵਾਜ਼ਾਂ, ਜਾਂ ਕੁਝ ਵਿਸ਼ਲ ਵਰਗੀਆਂ ਆਵਾਜ਼ਾਂ। ਕਈ ਲੋਕ ਹੁੰਦੇ ਨੇ ਬਹੁਤ ਥੋੜ੍ਹਾ ਸੌ ਕੇ ਵੀ ਫਰੈਸ਼ ਫੀਲ ਕਰਦੇ ਨੇ, ਇਸ ਕਰਕੇ ਜ਼ਰੂਰੀ ਨਹੀਂ ਕਿ ਚਲੋ ਠੀਕ ਹੈ ਜੇ 7-8 ਘੰਟੇ ਨਹੀਂ ਸੌ ਰਹੇ 5 ਘੰਟੇ ਸੌ ਰਹੇ। ਪਰ ਜੇ ਤੁਸੀਂ ਬਹੁਤ ਜ਼ਿਆਦਾ ਘੱਟ ਮਾਤਰਾ 'ਚ ਨੀਂਦ ਲੈ ਰਹੇ ਹੋ, ਇਟ ਮੀਨਸ ਇਹ ਤੁਹਾਡੀ ਡੈਪਰੀਵੇਸ਼ਨ ਆ। ਇਸ ਘੱਟ ਨੀਂਦ ਕਰਕੇ ਤੁਹਾਨੂੰ ਬਹੁਤ ਸਾਰੀਆਂ ਸਰੀਰਕ ਪ੍ਰੋਬਲਮਾਂ ਅਤੇ ਬਹੁਤ ਸਾਰੀਆਂ ਮਾਨਸਿਕ ਪ੍ਰੋਬਲਮਾਂ ਹੋਣ ਦਾ ਖਤਰਾ ਰਹਿੰਦਾ। ਜਿਵੇਂ ਕਹਿ ਦਈਏ ਕਿ ਕੁਛ ਯਾਦ ਕਰ ਰਹੇ ਨੇ, ਗੱਲ ਕਰ ਰਹੇ ਨੇ, ਲੇਕਿਨ ਗੱਲ ਕਰਦੇ ਕਰਦੇ ਉਹ ਭੁੱਲ ਜਾਂਦੇ ਨੇ ਕਿ ਮੈਂ ਗੱਲ ਕਿਸ ਚੀਜ਼ ਦੇ ਨਾਲ ਰਿਲੇਟਡ ਕਰ ਰਿਹਾ ਸੀਗਾ। ਕਿ ਇੱਦਾਂ ਦੇ ਵੀ ਡਿਸਆਰਡਰਸ ਹੁੰਦੇ? ਆਫਕੋਰਸ ਜੇ ਤੁਸੀਂ 24 ਘੰਟੇ ਮਨ ਸਾਡਾ ਚੱਲਦਾ ਰਹੂਗਾ, ਉਸ ਨੂੰ ਰਾਤ ਨੂੰ ਰੈਸਟ ਨਹੀਂ ਮਿਲੂਗੀ, ਸਾਡੀ ਓਵਰ ਥਿੰਕਿੰਗ ਹੋਊਗੀ, ਉਸ ਤੋਂ ਬਾਅਦ ਸਾਡਾ ਪੂਰਾ ਬ੍ਰੇਨ ਬਾਡੀ ਉਸ ਥੱਕਿਆ ਮਹਿਸੂਸ ਕਰ ਰਿਹਾ, ਤਾਂ ਸਾਨੂੰ ਹਰ ਚੀਜ਼ 'ਚ ਪ੍ਰੋਬਲਮ ਆਊਗੀ। ਸਾਡਾ ਮੈਮਰੀ ਤਾਂ ਡੈਫੀਨੇਟਲੀ ਇਫੈਕਟ ਹੋਊਗੀ, ਕਨਫਿਊਜ਼ਨਸ ਹੋਣਗੀਆਂ। ਬਹੁਤ ਜ਼ਿਆਦਾ ਸੌਂਦੇ ਵੀ ਨੇ, 7-8 ਘੰਟੇ ਦੀ ਸੌਂ ਲੈਂਦੇ ਨੇ, ਫਿਰ ਉਸ ਤੋਂ ਜੌਬ 'ਤੇ ਜਾਂਦੇ ਆ, ਉਹ ਫੇਰ ਸੌ ਜਾਂਦੇ ਨੇ। ਕੀ ਇਹਦੇ ਨਾਲ ਵੀ ਇਫੈਕਟ ਪੈਂਦਾ ਜਾਂ ਕੋਈ? ਦੇਖੋ ਮੈਂ ਦੱਸਿਆ ਜਿਹੜੇ ਸਲੀਪ ਡਿਸਆਰਡਰਸ ਨੇ, ਇਹ ਸਿਰਫ ਇਹੀ ਨਹੀਂ ਹੁੰਦੇ ਕਿ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਲੋੜ ਤੋਂ ਜ਼ਿਆਦਾ ਨੀਂਦ ਆ ਰਹੀ ਹੈ, ਇਹ ਵੀ ਸਲੀਪ ਡਿਸਆਰਡਰ ਆ। ਦਿਨ ਦੇ ਵਿੱਚ ਨੀਂਦ ਆ ਰਹੀ ਹੈ, ਇਹ ਵੀ ਡਿਸਆਰਡਰ ਆ। ਅਸੀਂ ਆਪਣਾ ਲਾਈਫ ਸਟਾਈਲ ਜਦੋਂ ਖਰਾਬ ਰੱਖਦੇ ਹਾਂ ਤਾਂ ਵੀ ਸਾਡੀ ਜਿਹੜੀ ਸਲੀਪ ਆ ਉਹ ਡਿਸਟਰਬ ਹੁੰਦੀ ਆ। ਲਾਈਫ ਸਟਾਈਲ ਦੇ ਵਿੱਚ ਆ ਗਿਆ ਜਿਵੇਂ ਸਵੇਰੇ ਨਿਯਮਤ ਸਮੇਂ 'ਤੇ ਨਾ ਉੱਠਣਾ, ਨਿਯਮਤ ਸਮੇਂ 'ਤੇ ਨਾ ਸੌਣਾ, ਔਰ ਇਸੇ ਤਰ੍ਹਾਂ ਸਾਡੀ ਖੁਰਾਕ ਆ ਜਿਹੜੀ ਉਸ ਦੇ ਵਿੱਚ ਕੁਝ ਖਾਸ ਚੀਜ਼ਾਂ ਦਾ ਧਿਆਨ ਰੱਖਣਾ। ਜਿੰਨਾ ਸਮਾਂ ਜ਼ਿਆਦਾ ਅਸੀਂ ਸਕਰੀਨ 'ਤੇ ਰਹਿੰਦੇ ਹਾਂ, ਉਹਦੀਆਂ ਜਿਹੜੀਆਂ ਲਾਈਟਸ ਨੇ, ਉਹਦੀਆਂ ਬਲੂ ਲਾਈਟ ਆ, ਉਹਦੇ ਜਿਹੜੇ ਕੁਝ ਅੱਖਾਂ ਰਾਹੀਂ ਜਿਹੜਾ ਪ੍ਰਭਾਵ ਪੈਂਦਾ, ਉਹ ਸਾਡੇ ਬ੍ਰੇਨ ਦੇ ਵਿੱਚ ਇਸ ਤਰ੍ਹਾਂ ਦਾ ਅਸਰ ਪਾਉਂਦਾ ਕਿ ਜਿਹਦੇ ਨਾਲ ਸਾਡੀ ਓਵਰਆਲ ਸਲੀਪ ਦੇ ਵਿੱਚ ਡਿਸਟਰਬੈਂਸ ਆਉਂਦੀ ਹੈ। ਸਲੀਪ ਹਾਈਜੀਨ ਨੂੰ ਅਪਣਾਓ। ਸਲੀਪ ਹਾਈਜੀਨ ਦਾ ਭਾਵ ਹੈ ਕਿ ਆਪਣੀ ਨੀਂਦ ਨੂੰ ਬਿਹਤਰ ਬਣਾਉਣਾ। ਤੁਸੀਂ ਸੌਂਦੇ ਕਿੰਨੀ ਚਿਰ, ਕਿੰਨੀ ਸਮਾਂ ਸਪੈਂਡ ਕਰਦੇ ਹੋ ਨਾ ਸੌਣ ਵੇਲੇ, ਇਹ ਮਾਇਨੇ ਨਹੀਂ ਰੱਖਦਾ, ਉਹਦੀ ਕੁਆਲਿਟੀ ਕੀ ਸੀ ਇਹ ਮਾਇਨੇ ਰੱਖਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਦੀਪ ਸਿੰਘ ਲੰਮੇ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਜ਼। ਸਲੀਪਿੰਗ ਡਿਸਆਰਡਰ ਜਿਹੜਾ ਆ, ਬਹੁਤ ਸਾਰੇ ਲੋਕਾਂ ਨੂੰ ਇਸ ਦੇ ਬਾਰੇ ਨਹੀਂ ਜਾਣਕਾਰੀ ਕਿ ਇਹ ਹੈ ਕੀ ਚੀਜ਼। ਜ਼ਿਆਦਾਤਰ ਲੋਕਾਂ ਦੇ ਨਾਲ ਇੱਦਾਂ ਹੁੰਦਾ ਆ ਕਿ ਉਹ ਰਾਤ ਨੂੰ ਜਾਗਦੇ ਰਹਿੰਦੇ ਨੇ ਜਾਂ ਦਿਨੇ ਵੀ ਜਾਗਦੇ ਰਹਿੰਦੇ ਨੇ, ਸੌਣ ਦੀ ਕੋਸ਼ਿਸ਼ ਕਰਦੇ ਆ, ਲੇਕਿਨ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ। ਉਹ ਕਿਸ ਕਾਰਨ ਇੱਦਾਂ ਹੁੰਦਾ ਆ, ਇਸ ਦੇ ਬਾਰੇ ਗੱਲਬਾਤ ਕਰਾਂਗੇ ਅਤੇ ਇਸ ਦਾ ਜਿਹੜਾ ਆ ਸੋਲਿਊਸ਼ਨ ਕੀ ਹੈ, ਇਸ ਦੇ ਬਾਰੇ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵੇਲੇ ਮਨੋਵਿਗਿਆਨੀ ਡਾਕਟਰ ਤਲੋਚਨ ਸਿੰਘ ਜੀ ਮੌਜੂਦ ਨੇ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ। ਹਾਂਜੀ, ਬਹੁਤ ਬਹੁਤ ਧੰਨਵਾਦ, ਐਂਡ ਸਾਰੀ ਆਡੀਅנס ਨੂੰ ਬਹੁਤ ਨਮਸਕਾਰ ਮੇਰਾ। ਡਾਕਟਰ ਸਾਹਿਬ ਜਿਵੇਂ ਸਲੀਪਿੰਗ ਡਿਸਆਰਡਰ ਕਹਿੰਦੇ ਨੇ ਜਿਹੜੀ ਚੀਜ਼, ਇਹ ਚੀਜ਼ ਅਸਲ ਦੇ ਵਿੱਚ ਹੈ ਕੀ ਆ? ਕਿ ਇਹ ਸਿਰਫ ਟਾਈਮਿੰਗ ਦਾ ਜਿਹੜਾ ਫੇਰ ਬਦਲ ਕਹਿ ਸਕਦੇ ਆ ਜਾਂ ਕੋਈ ਹੋਰ ਇਸ ਦੇ ਵਿੱਚ ਚੱਕਰ ਹੈ? ਹਾਂ ਦੇਖੋ, ਜਿਹੜਾ ਸਲੀਪ ਆ, ਸਲੀਪ ਸੌਣਾ, ਇਹ ਸੌਣਾ ਬਹੁਤ ਮਹੱਤਵਪੂਰਨ ਆ। ਇਹਦੀ ਮਹੱਤਤਾ ਲਈ ਸਗੋਂ ਅੱਜ ਕੱਲ੍ਹ ਦੇ ਦਿਨਾਂ 'ਚ ਮਾਰਚ ਦੇ ਵਿੱਚ ਹਰ ਸਾਲ ਵਰਲਡ ਸਲੀਪ ਡੇ ਵੀ ਮਨਾਇਆ ਜਾਂਦਾ। ਇਸ ਦੀ ਮਹੱਤਤਾ ਇਸ ਕਰਕੇ ਜ਼ਰੂਰੀ ਹੈ, ਜਿਵੇਂ ਸਰੀਰ ਨੂੰ ਬਾਕੀ ਚੀਜ਼ਾਂ ਦੀ ਲੋੜ ਆ, ਖੁਰਾਕ ਦੀ ਲੋੜ ਆ, ਐਕਸਰਸਾਈਜ਼ ਦੀ ਲੋੜ ਆ, ਅਤੇ ਸਾਡੀ ਪੂਰੀ 100% ਤੰਦਰੁਸਤੀ ਲਈ ਸਲੀਪ ਦੀ ਵੀ ਪੂਰੀ ਜ਼ਰੂਰਤ ਚਾਹੀਦੀ ਆ। ਸਲੀਪ ਡਿਸਆਰਡਰ ਅਸੀਂ ਉਦੋਂ ਕਹਿੰਦੇ ਆ ਜਦੋਂ ਸਲੀਪ ਜਾਂ ਤਾਂ ਰਾਤ ਨੂੰ ਸੌਣ 'ਚ ਡਿਫਿਕਲਟੀ ਹੋਵੇ, ਨੀਂਦ ਪੂਰੀ ਨਾ ਆਉਂਦੀ ਹੋਵੇ, ਸਾਰੀ ਰਾਤ ਜਾਗਦੇ ਰਹੀਏ, ਜਾਂ ਦਿਨ ਦੇ ਵਿੱਚ ਨੀਂਦ ਆਉਂਦੀ ਹੋਵੇ ਰਾਤ ਨੂੰ ਜਾਗਦੇ ਰਹੀਏ, ਜਾਂ ਸੌਣ ਵੇਲੇ ਅਸੀਂ ਬੇਚੈਨ ਰਹੀਏ, ਹੱਥ ਪੈਰ ਮਾਰਦੇ ਰਹੀਏ, ਜਾਂ ਕੁਝ ਆਵਾਜ਼ਾਂ ਆਉਂਦੀਆਂ ਰਹਿਣ, ਸਾਹਾਂ ਦੀਆਂ ਆਵਾਜ਼ਾਂ, ਘਰਾਟਿਆਂ ਦੀਆਂ ਆਵਾਜ਼ਾਂ, ਜਾਂ ਕੁਝ ਵਿਸ਼ਲ ਵਰਗੀਆਂ ਆਵਾਜ਼ਾਂ, ਜਾਂ ਕੋਈ ਇਸ ਤਰ੍ਹਾਂ ਦੇ ਕਲੀਅਰ ਸੁਪਨੇ ਹੋਣ ਜਿਹੜੇ ਸਾਨੂੰ ਡਿਸਟਰਬ ਕਰ ਦੇਣ, ਜਿਹਨਾਂ ਨੂੰ ਹੋਵੇ, ਔਰ ਸਵੇਰੇ ਉੱਠ ਕੇ ਬਾਅਦ ਸਾਨੂੰ ਚੁਸਤੀ ਫੁਰਤੀ ਨਾ ਮਹਿਸੂਸ ਹੋਵੇ, ਐਂ ਲੱਗੇ ਕਿ ਹੋਰ ਸੌਣਾ ਚਾਹੀਦਾ ਸੀ, ਅਸੀਂ ਐਕਟਿਵ ਨਾ ਮਹਿਸੂਸ ਕਰੀਏ, ਕਈ ਘੰਟੇ ਨੀਂਦ ਤੋਂ ਬਾਅਦ ਵੀ ਐਂ ਲੱਗੇ ਕਿ ਅਸੀਂ ਫਰੈਸ਼ ਨਹੀਂ ਹੈਗੇ, ਐਕਟਿਵ ਨਹੀਂ ਹੈਗੇ। ਇਹ ਸਾਰੇ ਸਲੀਪ ਡਿਸਆਰਡਰ ਦੇ, ਸਲੀਪ ਡਿਸਟਰਬੈਂਸਿਸ ਦੇ ਚਿੰਨ੍ਹ ਨੇ। ਜਿਵੇਂ ਕਈ ਲੋਕ ਹੁੰਦੇ ਨੇ 3 ਵਜੇ ਸੌਂ ਗਏ, 4 ਵਜੇ ਸੌਂ ਗਏ, ਸਿਰਫ 3-4 ਘੰਟੇ ਉਹ ਜਿਹੜੇ ਆ ਸੌਂਦੇ ਨੇ, ਫਿਰ ਜਾਗਦੇ ਰਹਿੰਦੇ ਨੇ, ਫਿਰ ਉਸ ਤੋਂ ਬਾਅਦ ਉਹ ਕੰਮ 'ਤੇ ਵੀ ਜਾਂਦੇ, ਜਿਵੇਂ ਤੁਸੀਂ ਗੱਲ ਕੀਤੀ ਆ, ਨੀਂਦ ਆਉਂਦੀ ਆ ਉਹਨਾਂ ਨੂੰ। ਲੇਕਿਨ ਇਹਦੇ ਵਿੱਚ ਇਹ ਵੀ ਦੇਖਣ ਨੂੰ ਮਿਲਦਾ ਕਿ ਉਸ ਦੇ ਨਾਲ ਕਿ ਮਾਈਂਡ ਦੇ ਉੱਤੇ ਕੋਈ ਇਫੈਕਟ ਪੈਂਦਾ ਆ। ਦੇਖੋ, ਬਹੁਤ ਸਾਰੀਆਂ ਖੋਜਾਂ ਜਿੰਨੀਆਂ ਵੀ ਹੋਈਆਂ ਨੇ, ਸਾਰਿਆਂ ਨੇ ਤੈਅ ਕੀਤਾ ਕਿ ਜਿਹੜੀ ਸਫੀਸ਼ੈਂਟ ਸਲੀਪ ਆ, 7 ਤੋਂ 8 ਘੰਟੇ ਨੀਂਦ ਸਾਨੂੰ ਜ਼ਰੂਰੀ ਆ। ਪਰ ਕਈ ਲੋਕ ਹੁੰਦੇ ਨੇ ਬਹੁਤ ਥੋੜ੍ਹਾ ਸੌ ਕੇ ਵੀ ਫਰੈਸ਼ ਫੀਲ ਕਰਦੇ ਨੇ, ਇਸ ਕਰਕੇ ਜ਼ਰੂਰੀ ਨਹੀਂ ਕਿ ਚਲੋ ਠੀਕ ਹੈ ਜੇ 7-8 ਘੰਟੇ ਨਹੀਂ ਸੌ ਰਹੇ 5 ਘੰਟੇ ਸੌ ਰਹੇ। ਪਰ ਜੇ ਤੁਸੀਂ ਬਹੁਤ ਜ਼ਿਆਦਾ ਘੱਟ ਮਾਤਰਾ 'ਚ ਨੀਂਦ ਲੈ ਰਹੇ ਹੋ, ਇਟ ਮੀਨਸ ਇਹ ਤੁਹਾਡੀ ਡੈਪਰੀਵੇਸ਼ਨ ਆ। ਇਸ ਘੱਟ ਨੀਂਦ ਕਰਕੇ ਤੁਹਾਨੂੰ ਬਹੁਤ ਸਾਰੀਆਂ ਸਰੀਰਕ ਪ੍ਰੋਬਲਮਾਂ ਅਤੇ ਬਹੁਤ ਸਾਰੀਆਂ ਮਾਨਸਿਕ ਪ੍ਰੋਬਲਮਾਂ ਹੋਣ ਦਾ ਖਤਰਾ ਰਹਿੰਦਾ। ਸਰੀਰਕ ਪ੍ਰੋਬਲਮ ਦੇ ਵਿੱਚ ਜਿਵੇਂ ਹਾਰਟ ਰਿਲੇਟਡ ਬਿਮਾਰੀਆਂ,
ਸਾਹ ਨਾਲ ਲੈ ਕੇ ਬਿਮਾਰੀਆਂ, ਸਾਡੀ ਮੈਟਾਬੋਲਿਜ਼ਮ ਦੀਆਂ ਬਿਮਾਰੀਆਂ, ਬ੍ਰੇਨ ਨਾਲ ਰਿਲੇਟਡ ਬਿਮਾਰੀਆਂ। ਇਸ ਕਰਕੇ ਜਿਸੇ ਤਰ੍ਹਾਂ ਮਾਨਸਿਕ ਬਿਮਾਰੀਆਂ ਦੀ ਗੱਲ ਕਰੀਏ, ਤਣਾਅ, ਡਿਪਰੈਸ਼ਨ, ਸਾਡੀ ਐਂਗਜ਼ਾਇਟੀ, ਸਾਡੇ ਕੰਸਨਟ੍ਰੇਸ਼ਨ, ਸਾਡਾ ਕਿਸੇ ਇੱਕ ਚੀਜ਼ 'ਤੇ ਧਿਆਨ ਲਾਉਣਾ, ਸਾਡੀ ਇਕਾਗਰਤਾ ਦੀ ਕਮੀ, ਸਾਡੀ ਮੈਮਰੀ, ਸਾਡਾ ਰੀਕਾਲ, ਸਾਡਾ ਫੋਕਸ, ਪਲਾਨਿੰਗ, ਇਹ ਸਭ ਸਾਨੂੰ ਮਾਨਸਿਕ ਸਿਹਤ ਵੀ ਪ੍ਰਭਾਵਿਤ ਕਰਦੀ ਹੈ ਜੇ ਸਾਡੀ ਨੀਂਦ ਪੂਰੀ ਨਹੀਂ ਹੁੰਦੀ। ਜਿਵੇਂ ਤੁਸੀਂ ਗੱਲ ਕੀਤੀ ਆ ਵੀ ਦਿਮਾਗ ਦੇ ਉੱਤੇ ਅਸਰ ਪਾਉਂਦੀ ਹੈ, ਤਾਂ ਕਈ ਅਜਿਹੇ ਕੇਸਿਸ ਤੁਹਾਨੂੰ ਦੇਖਣ ਵਿੱਚ ਆਉਂਦੇ ਹੋਣਗੇ ਜਿਨ੍ਹਾਂ ਵਿੱਚ ਭੁੱਲ ਜਾਂਦੇ ਨੇ, ਜਿਵੇਂ ਕਹਿ ਦਈਏ ਕਿ ਕੁਝ ਯਾਦ ਕਰ ਰਹੇ ਨੇ, ਗੱਲ ਕਰ ਰਹੇ ਨੇ, ਲੇਕਿਨ ਗੱਲ ਕਰਦੇ ਕਰਦੇ ਉਹ ਭੁੱਲ ਜਾਂਦੇ ਨੇ ਕਿ ਮੈਂ ਗੱਲ ਕਿਸ ਚੀਜ਼ ਦੇ ਨਾਲ ਰਿਲੇਟਡ ਕਰ ਰਿਹਾ ਸੀਗਾ। ਕਿ ਇਦਾਂ ਦੇ ਵੀ ਡਿਸਆਰਡਰਸ ਹੁੰਦੇ ਨੇ? ਦੇਖੋ, ਨੀਂਦ ਆ ਇਹ ਸਾਨੂੰ, ਮੈਂ ਤੁਹਾਨੂੰ ਦੱਸਿਆ ਕਿ ਇਹਦੇ ਆਪਣੇ ਫਾਇਦੇ ਨੇ। ਇੱਕ ਇਸ ਤਰ੍ਹਾਂ ਦੀ ਸਟੇਟ ਆ ਜਦੋਂ ਬਾਇਓਲੋਜੀਕਲੀ ਔਰ ਮੈਂਟਲੀ ਅਸੀਂ ਇੱਕ ਰਿਲੈਕਸ ਮੋਡ 'ਤੇ ਲੱਗਦੇ ਹਾਂ, ਸਾਡੀਆਂ ਬਹੁਤ ਸਾਰੀਆਂ ਚੀਜ਼ਾਂ ਦੀ ਪੂਰਤੀ ਹੋ ਰਹੀ ਹੈ, ਉਸ ਤਰ੍ਹਾਂ ਸੈਟਲ ਹੋ ਰਹੀ ਹੈ, ਰਿਲੈਕਸ ਹੋ ਰਹੀ ਹੈ, ਇੱਕ ਰੈਸਟ ਆ, ਉਹਨੂੰ ਆਪਾਂ ਰੈਸਟਿੰਗ ਮੋਡ ਕਹਿੰਦੇ ਹਾਂ। ਆਫਕੋਰਸ ਜੇ ਤੁਸੀਂ 24 ਘੰਟੇ ਮਨ ਸਾਡਾ ਚੱਲਦਾ ਰਹੂਗਾ, ਉਸ ਨੂੰ ਰਾਤ ਨੂੰ ਰੈਸਟ ਨਹੀਂ ਮਿਲੂਗੀ, ਸਾਡੀ ਓਵਰ ਥਿੰਕਿੰਗ ਹੋਊਗੀ, ਉਸ ਤੋਂ ਬਾਅਦ ਸਾਡਾ ਪੂਰਾ ਬ੍ਰੇਨ, ਬਾਡੀ ਉਸ ਥੱਕਿਆ ਮਹਿਸੂਸ ਕਰ ਰਿਹਾ, ਤਾਂ ਸਾਨੂੰ ਹਰ ਚੀਜ਼ 'ਚ ਪ੍ਰੋਬਲਮ ਆਊਗੀ। ਸਾਡਾ ਮੈਮਰੀ ਤਾਂ ਡੈਫੀਨੇਟਲੀ ਇਫੈਕਟ ਹੋਊਗੀ, ਕਨਫਿਊਜ਼ਨਸ ਹੋਣਗੀਆਂ, ਡਿਸੀਜਨ ਮੇਕਿੰਗ 'ਚ ਪ੍ਰੋਬਲਮ ਹੋਊਗੀ, ਕਿਉਂਕਿ ਜਿਹੜਾ ਸਾਡਾ ਬ੍ਰੇਨ ਆ ਉਹ ਪੂਰਾ ਇਫੈਕਟਿਵਲੀ ਫੰਕਸ਼ਨ ਨਹੀਂ ਕਰ ਰਿਹਾ, ਕਿਉਂਕਿ ਸਲੀਪ ਆਪਣੇ ਆਪ ਦੇ ਵਿੱਚ ਸਾਡੇ ਸਰੀਰ ਅਤੇ ਮਨ ਨੂੰ ਬਹੁਤ ਸਟਰੈਂਥ ਦਿੰਦੀ ਆ, ਕਿਉਂਕਿ ਇਸੇ ਕਰਕੇ ਸਿਸਟਮ ਬਣਿਆ ਹੋਇਆ। ਲੇਕਿਨ ਹੁਣ ਜੇ ਆਪਾਂ ਗੱਲ ਕਰ ਲਈਏ ਘੱਟ ਸੌਣ ਦੇ ਬਾਰੇ, ਕਈ ਬਹੁਤ ਜ਼ਿਆਦਾ ਸੌਂਦੇ ਨੇ, ਬਹੁਤ ਜ਼ਿਆਦਾ ਸੌਂਦੇ ਵੀ ਨੇ, 7-8 ਘੰਟੇ ਦੀ ਸੌਂ ਲੈਂਦੇ ਨੇ, ਫਿਰ ਉਸ ਤੋਂ ਜੌਬ 'ਤੇ ਜਾਂਦੇ ਆ, ਉਹ ਫੇਰ ਸੌ ਜਾਂਦੇ ਨੇ। ਕੀ ਇਹਦੇ ਨਾਲ ਵੀ ਇਫੈਕਟ ਪੈਂਦਾ ਜਾਂ ਕੋਈ? ਹਾਂ, ਦੇਖੋ, ਮੈਂ ਦੱਸਿਆ ਜਿਹੜੇ ਸਲੀਪ ਡਿਸਆਰਡਰਸ ਨੇ, ਇਹ ਸਿਰਫ ਇਹੀ ਨਹੀਂ ਹੁੰਦੇ ਕਿ ਤੁਹਾਨੂੰ ਨੀਂਦ ਘੱਟ ਆ ਰਹੀ ਆ, ਲੋੜ ਤੋਂ ਜ਼ਿਆਦਾ ਨੀਂਦ ਆ ਰਹੀ ਹੈ, ਇਹ ਵੀ ਸਲੀਪ ਡਿਸਆਰਡਰ ਆ। ਦਿਨ ਦੇ ਵਿੱਚ ਨੀਂਦ ਆ ਰਹੀ ਹੈ, ਇਹ ਵੀ ਡਿਸਆਰਡਰ ਆ, ਕਿਉਂਕਿ ਇਸ ਦਾ ਸਮਾਂ ਨਿਸ਼ਚਿਤ ਆ ਕਿ ਰਾਤ ਨੂੰ ਅਸੀਂ ਯੂਜੂਅਲੀ ਸੌਂਦੇ ਹਾਂ ਅਤੇ ਦਿਨ ਦੇ ਵਿੱਚ ਜਾਗਦੇ ਹਾਂ। ਪਰ ਜੇ ਸਾਡੀਆਂ ਸ਼ਿਫਟਾਂ ਨੇ, ਨਾਈਟ ਸ਼ਿਫਟ 'ਚ ਕੰਮ ਕਰਦੇ ਹਾਂ, ਇਸ ਨਾਲ ਸਾਡਾ ਪੂਰਾ ਸੈਕਾਰਡੀ ਰਿਦਮ ਆ, ਜਿਹੜਾ ਸਾਡਾ ਸੈਕਾਰਡੀਅਨ ਰਿਦਮ ਹੁੰਦਾ, ਰਿਦਮ ਮਤਲਬ ਜਦੋਂ ਸੌਣ ਦਾ ਟਾਈਮ ਆਵੇ ਉਦੋਂ ਸੌਣਾ, ਜਦੋਂ ਜਾਗਣ ਦਾ ਟਾਈਮ ਆਵੇ ਉਦੋਂ ਜਾਗਣਾ, ਇਹ ਸਾਡਾ ਰਿਦਮ ਵਿਗੜ ਜਾਂਦਾ। ਇਸ ਕਰਕੇ ਜਦੋਂ ਅਸੀਂ ਕੰਮ ਕਰਨ ਦਾ ਸਮਾਂ ਹੁੰਦਾ, ਉਸ ਅਸੀਂ ਸਲੀਪੀ ਫੀਲ ਕਰਦੇ ਹਾਂ, ਦਿਨ 'ਚ ਅਸੀਂ ਨੀਂਦ ਆਈ ਜਾਂਦੀ ਆ, ਔਰ ਇਸੇ ਤਰ੍ਹਾਂ ਅਸੀਂ ਰਾਤ ਨੂੰ ਜਦੋਂ ਅਸੀਂ ਸੌਣ ਦਾ ਸਮਾਂ, ਉਸ ਟਾਈਮ ਅਸੀਂ ਜਾਗਦੇ ਰਹਿੰਦੇ ਹਾਂ। ਇਸ ਕਰਕੇ ਬਿਲਕੁਲ ਜਦੋਂ ਲੋੜ ਤੋਂ ਜ਼ਿਆਦਾ ਸੌਣਾ ਵੀ ਇੱਕ ਪ੍ਰੋਬਲਮ ਆ, ਦਿਨ ਦੇ ਵਿੱਚ ਸੌਣਾ ਇਹ ਵੀ ਇੱਕ ਸਲੀਪ ਡਿਸਆਰਡਰ ਆ। ਕਿ ਖਾਣ ਪੀਣ ਦੇ ਨਾਲ ਕੋਈ ਇਫੈਕਟ ਪੈਂਦਾ ਹੈ? ਜਿਵੇਂ ਕਹਿੰਦੇ ਵੀ ਰਾਤ ਨੂੰ ਲਾਈਟ ਖਾਣਾ ਚਾਹੀਦਾ ਜਾਂ ਭਾਰੀ ਖਾਣਾ ਚਾਹੀਦਾ, ਜੋ ਵੀ ਹੈ, ਕਿ ਇਸ ਦੇ ਨਾਲ ਵੀ ਇਫੈਕਟ ਪੈਂਦਾ ਹੈ? ਦੇਖੋ, ਸਲੀਪ ਡਿਸਆਰਡਰ ਹੋਣ ਦੇ ਵਿੱਚ ਜਿਹੜੇ ਦੋ ਮੁੱਖ ਕਾਰਨ ਨੇ, ਸਭ ਤੋਂ ਪਹਿਲਾਂ ਕੋਈ ਸਰੀਰਕ ਬਿਮਾਰੀ, ਜਿਵੇਂ ਮੈਂ ਦੱਸਿਆ, ਸਾਹ ਨਾਲ ਸੰਬੰਧਿਤ ਬਿਮਾਰੀਆਂ, ਦਿਲ ਨਾਲ ਸੰਬੰਧਿਤ ਬਿਮਾਰੀਆਂ, ਸਾਡੇ ਹੋਰ ਬਾਡੀ ਦੇ ਆਰਗਨ ਨਾਲ ਸੰਬੰਧਿਤ ਬਿਮਾਰੀਆਂ। ਦੂਸਰਾ ਕਾਰਨ ਹੈ ਮਾਨਸਿਕ ਰੋਗ, ਜਿਹਦੇ 'ਚ ਡਿਪਰੈਸ਼ਨ, ਤਣਾਅ, ਸਟ੍ਰੈਸ, ਐਂਗਜ਼ਾਇਟੀ, ਟੈਨਸ਼ਨ, ਇਹੋ ਜਿਹੀਆਂ ਚੀਜ਼ਾਂ। ਤੀਸਰਾ ਜਿਹੜਾ ਮੁੱਖ ਕਾਰਨ ਆ ਉਹ ਹੈ ਲਾਈਫ ਸਟਾਈਲ। ਅਸੀਂ ਆਪਣਾ ਲਾਈਫ ਸਟਾਈਲ ਜਦੋਂ ਖਰਾਬ ਰੱਖਦੇ ਹਾਂ ਤਾਂ ਵੀ ਸਾਡੀ ਜਿਹੜੀ ਸਲੀਪ ਆ ਉਹ ਡਿਸਟਰਬ ਹੁੰਦੀ ਆ। ਲਾਈਫ ਸਟਾਈਲ ਦੇ ਵਿੱਚ ਆ ਗਿਆ ਜਿਵੇਂ ਸਵੇਰੇ ਨਿਯਮਿਤ ਸਮੇਂ 'ਤੇ ਨਾ ਉੱਠਣਾ, ਨਿਯਮਿਤ ਸਮੇਂ 'ਤੇ ਨਾ ਸੌਣਾ, ਔਰ ਇਸੇ ਤਰ੍ਹਾਂ ਸਾਡੀ ਖੁਰਾਕ ਆ ਜਿਹੜੀ ਉਸ ਦੇ ਵਿੱਚ ਕੁਝ ਖਾਸ ਚੀਜ਼ਾਂ ਦਾ ਧਿਆਨ ਰੱਖਣਾ, ਲੇਟ ਨਾਈਟ ਤੱਕ ਖਾਣਾ, ਸੌਣ ਤੋਂ ਕੁਝ ਦੇਰ ਪਹਿਲਾਂ ਖਾਣਾ, ਜਾਂ ਰਾਤ ਨੂੰ ਬੈੱਡ 'ਤੇ ਬੈਠ ਕੇ ਟੀਵੀ ਦੇਖਦੇ ਦੇਖਦੇ ਕੁਛ ਨਾਲ ਨਾਲ ਖਾਈ ਜਾਣਾ, ਔਰ ਕੁਛ ਇਸ ਤਰ੍ਹਾਂ ਦੇ ਪਦਾਰਥ ਖਾਣੇ, ਬਾਹਰ ਦੇ ਜੰਕ ਫੂਡ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਇਹ ਸਾਰੀਆਂ ਚੀਜ਼ਾਂ ਸਾਡੀਆਂ ਨੀਂਦ ਨੂੰ ਡਿਸਟਰਬ ਕਰਦੀਆਂ ਨੇ। ਕੈਫੀਨ ਲੈਣੀ, ਕੈਫੀਨ ਅਸੀਂ ਬਹੁਤ ਮਾਤਰਾ 'ਚ ਅਕਸਰ ਲੈਂਦੇ ਹਾਂ। ਕਈ ਲੋਕ ਰਾਤ ਨੂੰ ਚਾਹ ਪੀਂਦੇ ਨੇ, ਰਾਤ ਨੂੰ ਕੌਫੀ ਪੀਂਦੇ ਨੇ, ਰਾਤ ਨੂੰ ਕੋਲਡ ਡਰਿੰਕ ਪੀਂਦੇ ਨੇ, ਈਵਨਿੰਗ ਔਰ ਰਾਤ ਨੂੰ ਐਨਰਜੀ ਡਰਿੰਕਸ ਪੀਂਦੇ ਨੇ। ਇਹ ਸਾਰੀਆਂ ਚੀਜ਼ਾਂ ਕੈਫੀਨ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਸਾਨੂੰ ਸੌਣ ਦੇ ਵਿੱਚ ਡਿਫਿਕਲਟੀ ਪੈਦਾ ਕਰਦੀਆਂ ਨੇ। ਜਿਵੇਂ ਅੱਜ ਦੀ ਜਨਰੇਸ਼ਨ ਦੇ ਵਿੱਚ ਕੋਈ ਵੀ ਕੰਮ ਹੈ ਉਹ ਇੰਟਰਨੈਟ ਦੇ ਥਰੂ ਹੁੰਦਾ ਹੈ, ਮੋਬਾਈਲ ਫੋਨਸ ਦੇ ਥਰੂ ਹੁੰਦਾ ਹੈ, ਲੈਪਟਾਪਸ ਦੇ ਥਰੂ ਹੁੰਦਾ ਆ। ਕਿ ਮੋਬਾਈਲ ਫੋਨਸ ਵੀ ਆਪਾਂ ਮੰਨ ਸਕਦੇ ਇਸ ਦੇ ਜ਼ਿੰਮੇਵਾਰ ਹੈਗੇ ਨੇ ਜਿਸ ਜਿਹੜੇ ਸਲੀਪਿੰਗ ਡਿਸਆਰਡਰ ਚੱਲ ਰਹੇ ਨੇ? ਬਿਲਕੁਲ। ਲਾਈਫ ਸਟਾਈਲ ਦੀ ਜਦੋਂ ਮੈਂ ਗੱਲ ਕੀਤੀ ਹੈ, ਇਹਦੇ ਵਿੱਚ ਸਾਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਨਚਰਿਆ 'ਚ ਅਸੀਂ ਕਿਵੇਂ ਟਾਈਮ ਸਪੈਂਡ ਕਰਦੇ ਹਾਂ, ਕੀ ਖਾ ਰਹੇ ਹਾਂ ਔਰ ਕਦੋਂ ਖਾ ਰਹੇ ਹਾਂ। ਉਸ ਤੋਂ ਬਾਅਦ ਲਾਈਫ ਸਟਾਈਲ ਦੇ ਵਿੱਚ ਆ ਗਈਆਂ ਸਾਡੀਆਂ ਆਦਤਾਂ। ਇੱਕ ਆਦਤ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਵਿਗੜੀ ਹੋਈ ਆਦਤ ਅੱਜ ਕੱਲ੍ਹ ਦਿਨਾਂ ਦੇ ਵਿੱਚ ਆ ਗਈ, ਓਵਰ ਯੂਜ਼ ਆਫ ਸਕਰੀਨ ਤੋਂ ਭਾਵ ਹੈ ਮੋਬਾਈਲ, ਟੈਬ, ਲੈਪਟਾਪ, ਟੀਵੀ। ਜਿੰਨਾ ਸਮਾਂ ਜ਼ਿਆਦਾ ਅਸੀਂ ਸਕਰੀਨ 'ਤੇ ਰਹਿੰਦੇ ਹਾਂ, ਉਹਦੀਆਂ ਜਿਹੜੀਆਂ ਲਾਈਟਸ ਨੇ, ਉਹਦੀਆਂ ਬਲੂ ਲਾਈਟ ਆ, ਉਹਦੇ ਜਿਹੜੇ ਕੁਛ ਅੱਖਾਂ ਰਾਹੀਂ ਜਿਹੜਾ ਪ੍ਰਭਾਵ ਪੈਂਦਾ, ਉਹ ਸਾਡੇ ਬ੍ਰੇਨ ਦੇ ਵਿੱਚ ਇਸ ਤਰ੍ਹਾਂ ਦਾ ਅਸਰ ਪਾਉਂਦਾ ਕਿ ਜਿਹਦੇ ਨਾਲ ਸਾਡੀ ਓਵਰਆਲ ਸਲੀਪ ਦੇ ਵਿੱਚ ਡਿਸਟਰਬੈਂਸ ਆਉਂਦੀ ਆ। ਮੈਨੂੰ ਲੱਗਦਾ ਕੋਈ ਸੁਣਨ ਵਾਲਿਆਂ 'ਚੋਂ ਇਹੋ ਜਿਹਾ ਬੰਦਾ ਹੋਊਗਾ ਜਿਹੜਾ ਰਾਤ ਨੂੰ ਸੌਣ ਤੋਂ 1-2 ਘੰਟੇ ਪਹਿਲਾਂ ਆਪਣਾ ਮੋਬਾਈਲ ਅਲੱਗ ਰੱਖ ਦਿੰਦਾ ਹੋਊਗਾ। ਨਹੀਂ, ਮੋਸਟ ਆਫ ਦਾ ਲੋਕੀ ਰਾਤ ਨੂੰ ਬੈੱਡ 'ਤੇ ਜਾ ਕੇ ਆਪਣੀਆਂ ਰੀਲ ਦੇਖ ਕੇ, ਯੂਟਿਊਬ 'ਤੇ, ਸਨੈਪਚੈਟ 'ਤੇ, ਇੰਸਟਾਗ੍ਰਾਮ 'ਤੇ, ਉਹ ਦੇਖਦੇ ਦੇਖਦੇ ਹੀ ਅਕਸਰ ਅਸੀਂ ਸੌਂਦੇ ਹਾਂ।
ਇਸ ਕਰਕੇ ਉਸ ਤਰ੍ਹਾਂ ਦੀਆਂ ਚੀਜ਼ਾਂ 'ਚ ਨੀਂਦ ਜਿਹੜੀ ਆਉਂਦੀ ਉਹ ਹਮੇਸ਼ਾ ਡਿਸਟਰਬ ਰਹਿੰਦੀ ਆ। ਅਸੀਂ ਸਵੇਰੇ ਉੱਠ ਕੇ ਫੇਰ ਨਹੀਂ ਫਰੈਸ਼ ਕਰਦੇ ਫੀਲ ਹੁੰਦੇ, ਐਕਟਿਵ ਨਹੀਂ ਫੀਲ ਕਰਦੇ, ਸਾਨੂੰ ਸਾਰਾ ਦਿਨ ਹੋਰ ਸੌਣ ਦੀ ਨੀਡ ਮਹਿਸੂਸ ਹੁੰਦੀ ਰਹਿੰਦੀ ਆ। ਇਸ ਕਰਕੇ ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਅਨਪਲੱਗ ਕਰਨਾ ਜ਼ਰੂਰੀ ਆ। ਅਨਪਲੱਗ ਤੋਂ ਭਾਵ ਘੱਟੋ ਘੱਟ ਘੰਟਾ 2 ਘੰਟੇ ਪਹਿਲਾਂ ਹਰ ਤਰ੍ਹਾਂ ਦਾ ਇਲੈਕਟ੍ਰੋਨਿਕ ਡਿਵਾਈਸ ਆ ਜਿਹੜਾ ਉਹ ਆਪਣੇ ਬੈੱਡ ਤੋਂ ਦੂਰ ਰੱਖ ਦੇਣਾ ਚਾਹੀਦਾ, ਜਿਹਦੇ 'ਚ ਮੋਬਾਈਲ, ਟੈਬ, ਲੈਪਟਾਪ, ਫੋਨ, ਇਨਫੈਕਟ ਏਸੀ ਜਾਂ ਟੀਵੀ ਦੇ ਰਿਮੋਟ ਤੱਕ ਵੀ ਤੁਸੀਂ ਦੂਰ ਰੱਖੋ, ਤਾਂ ਕਿ ਤੁਸੀਂ ਬਿਲਕੁਲ ਇਲੈਕਟ੍ਰੋਨਿਕ ਗੈਜਟਸ ਤੋਂ ਦੂਰ ਰਹੋ ਔਰ ਘੰਟਾ 2 ਘੰਟੇ ਬੈੱਡ ਤੇ ਬਿਨਾਂ ਇਲੈਕਟ੍ਰੋਨਿਕਸ ਤੋਂ ਰਹੋ। ਸੋਲੂਸ਼ਨ ਆਪਾਂ ਇਸ ਦਾ ਇਸ ਤੋਂ ਇਲਾਵਾ ਕੀ ਕੱਢਿਆ ਜਾਵੇ, ਕਿਉਂਕਿ ਜ਼ਿਆਦਾਤਰ ਕੀ ਹੁੰਦਾ ਆ ਜਦੋਂ ਗੱਲ ਕੀਤੀ ਜਾਵੇ ਪੁਰਾਣੇ ਜ਼ਮਾਨੇ ਦੀ, ਤਾਂ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਅਜਿਹੀਆਂ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ। ਜੇ ਆਪਾਂ ਗੱਲ ਕਰੀਏ ਮਾਡਰਨ ਕਲਾਸਿਕ ਜਿਹੜੀ ਗੱਲ ਕਰ ਲੈਂਦੇ ਆਪਾਂ, ਵਿੰਟੇਜ ਦੀ ਗੱਲ ਕਰ ਲੈਂਦੇ ਹਾਂ, ਤਾਂ ਹੁਣ ਇਹਦੇ ਸੋਲੂਸ਼ਨ ਕੀ ਕੱਢੇ ਜਾਣ, ਕੀ ਸੋਲੂਸ਼ਨ ਹੋਣੇ ਚਾਹੀਦੇ ਨੇ ਇਹਦੇ ਵਿੱਚ? ਦੇਖੋ 2 ਸੋਲਿਊਸ਼ਨ ਨੇ। ਜੇ ਤੁਹਾਨੂੰ ਬਹੁਤ ਡਿਸਟਰਬੈਂਸ ਇਸ ਵਜ੍ਹਾ ਸੇ ਹੋ ਰਹੀ ਹੈ ਤਾਂ ਮਾਹਿਰ ਦੀ ਸਲਾਹ ਲਓ। ਹੋ ਸਕਦਾ ਤੁਹਾਨੂੰ ਸਾਹ ਨਾਲ ਸੰਬੰਧਿਤ ਪ੍ਰੋਬਲਮ ਹੋਣ, ਇਸ ਕਰਕੇ ਸਾਹ ਵਾਲੇ ਡਾਕਟਰ ਨੂੰ ਦਿਖਾਓ। ਹੋ ਸਕਦਾ ਤੁਹਾਨੂੰ ਹਾਰਟ ਰਿਲੇਟਡ ਚੀਜ਼ਾਂ ਹੋਣ, ਮੋਟਾਪੇ ਦੀ ਪ੍ਰੋਬਲਮ ਹੋਵੇ, ਇਸ ਕਰਕੇ ਉਹਨਾਂ ਨੂੰ ਦਿਖਾਓ। ਹੋ ਸਕਦਾ ਤੁਹਾਨੂੰ ਬ੍ਰੇਨ ਨਾਲ ਰਿਲੇਟਡ ਚੀਜ਼ਾਂ ਹੋਣ, ਇਸ ਕਰਕੇ ਬ੍ਰੇਨ। ਅਦਰਵਾਈਜ਼ ਆਪਣੇ ਲੈਵਲ 'ਤੇ ਜੋ ਅਸੀਂ ਕਰ ਸਕਦੇ ਹਾਂ ਉਹਨੂੰ ਅਸੀਂ ਆਪਣੀ ਭਾਸ਼ਾ 'ਚ ਕਹਿੰਦੇ ਹਾਂ ਸਲੀਪ ਹਾਈਜੀਨ। ਸਲੀਪ ਹਾਈਜੀਨ ਨੂੰ ਅਪਣਾਓ। ਸਲੀਪ ਹਾਈਜੀਨ ਦਾ ਭਾਵ ਹੈ ਕਿ ਆਪਣੀ ਨੀਂਦ ਨੂੰ ਬਿਹਤਰ ਬਣਾਉਣਾ। ਤੁਸੀਂ ਸੌਂਦੇ ਕਿੰਨੀ ਚਿਰ ਹੋ, ਕਿੰਨੀ ਸਮਾਂ ਸਪੈਂਡ ਕਰਦੇ ਹੋ ਸੌਣ ਵੇਲੇ, ਇਹ ਮਾਇਨੇ ਨਹੀਂ ਰੱਖਦਾ, ਉਹਦੀ ਕੁਆਲਿਟੀ ਕੀ ਸੀ ਇਹ ਮਾਇਨੇ ਰੱਖਦਾ। ਇਸ ਕਰਕੇ ਸਲੀਪ ਦੀ ਕੁਆਲਿਟੀ ਨੂੰ ਵਧੀਆ ਬਣਾਉਣ ਵਾਸਤੇ ਆਪਣੀ ਦਿਨਚਰਿਆ ਠੀਕ ਕਰੋ, ਨਿਯਮਿਤ ਸਮੇਂ 'ਤੇ ਉੱਠੋ, ਨਿਯਮਿਤ ਸਮੇਂ 'ਤੇ ਸੌਵੋ। ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰੋ। ਘੱਟੋ ਘੱਟ 2 ਘੰਟੇ 3 ਘੰਟੇ ਪਹਿਲਾਂ ਆਪਣਾ ਖਾਣਾ ਖਤਮ ਕਰ ਲਓ ਰਾਤ ਦਾ। ਭੁੱਖੇ ਨਾ ਸੌਵੋ ਔਰ ਪੂਰਾ ਓਵਰ ਈਟਿੰਗ ਕਰਕੇ ਵੀ ਨਾ ਸੌਵੋ। ਜ਼ਰੂਰਤ ਜਿੰਨਾ ਖਾਓ ਔਰ ਘੱਟੋ ਘੱਟ 2 ਘੰਟੇ ਖਾਓ ਪਹਿਲਾਂ। ਘੱਟੋ ਘੱਟ 2-3 ਘੰਟੇ ਪਹਿਲਾਂ ਚਾਹ, ਕੌਫੀ, ਕੈਫੀਨ, ਕੋਲਡ ਡਰਿੰਕ ਇਹੋ ਜਿਹੀਆਂ ਚੀਜ਼ਾਂ ਨਾ ਲਓ। ਔਰ ਆਪਣਾ ਕਮਰਾ ਜਿਹੜਾ ਜਿੱਥੇ ਤੁਸੀਂ ਸੌਂਦੇ ਹੋ ਉਸ ਬੈੱਡ ਦੇ ਉੱਤੇ ਸਿਰਫ ਸੌਣ ਦਾ ਕੰਮ ਲਓ। ਸਿਰਫ ਸੌਣ ਲਈ ਆਪਣਾ ਜਿੰਨਾ ਵੀ ਕੰਮਕਾਰ ਆ, ਲੈਪਟਾਪ 'ਤੇ ਪੜ੍ਹਾਈ ਆ, ਪ੍ਰੋਜੈਕਟਸ ਨੇ, ਅੱਜ ਕੱਲ੍ਹ ਸਾਰਾ ਕੰਮ ਅਸੀਂ ਲੈਪਟਾਪ 'ਤੇ ਜਾਂ ਵਰਕ ਫਰੋਮ ਹੋਮ ਦੀ ਸਾਨੂੰ ਆਦਤ ਪਈ ਹੋਈ ਆ। ਇਸ ਕਰਕੇ ਆਪਣੀ ਵਰਕ ਪਲੇਸ ਸੌਣ ਵਾਲੀ ਪਲੇਸ ਤੋਂ ਅਲੱਗ ਬਣਾਓ। ਜਦੋਂ ਤੁਹਾਨੂੰ ਸਲੀਪੀ ਫੀਲ ਹੁੰਦਾ ਉਦੋਂ ਆਪਣਾ ਕੰਮ ਨੂੰ ਛੱਡ ਕੇ ਬੈੱਡ 'ਤੇ ਆ ਜਾਓ। ਔਰ ਜਦੋਂ ਤੁਸੀਂ ਥੱਕ ਗਏ, ਟਾਇਰਡ ਹੋ, ਜਦੋਂ ਸੌਂ ਰਹੇ ਹੋ, ਸੌਣ ਵਾਸਤੇ ਹੀ ਬੈੱਡ 'ਤੇ ਆਓ। ਅਦਰਵਾਈਜ਼ ਬਾਕੀ ਚੀਜ਼ਾਂ ਲਈ ਦੂਸਰੇ ਕੰਮਾਂ ਦੇ ਵਿੱਚ ਜਾਓ। ਟੀਵੀ ਵਗੈਰਾ ਨੂੰ ਪਹਿਲਾਂ ਦੇਖ ਲਓ ਅਲੱਗ ਜਗ੍ਹਾ 'ਤੇ ਔਰ ਸੌਣ ਵੇਲੇ ਕਮਰੇ 'ਚ ਆਓ। ਕਮਰੇ ਦਾ ਇਨਵਾਇਰਮੈਂਟ ਆ ਜਿਹੜਾ ਉਹ ਸੂਦਿੰਗ ਰੱਖੋ। ਟੈਂਪਰੇਚਰ ਜਿੰਨਾ ਹਲਕਾ ਜਿਹਾ ਠੰਡਾ ਹੋਵੇ ਉਹ ਵਧੀਆ ਨੀਂਦ ਲਿਆਉਣ ਦੇ ਵਿੱਚ ਰੋਲ ਪਲੇ ਕਰਦਾ। ਕਮਰੇ 'ਚ ਲਾਈਟਸ ਘੱਟ ਤੋਂ ਘੱਟ ਹੋਣ, ਇਹ ਬਹੁਤ ਅੱਛੀ ਨੀਂਦ ਦੇ ਵਿੱਚ ਰੋਲ ਪਲੇ ਕਰਦੀਆਂ ਨੇ। ਔਰ ਸਭ ਤੋਂ ਜ਼ਿਆਦਾ ਜ਼ਰੂਰੀ ਆ ਕਿ ਤੁਸੀਂ ਆਪਣਾ ਜਿਹੜਾ ਦਿਨ ਦੇ ਵਿੱਚ ਜੇ ਨਾ ਸੌਵੋ ਤਾਂ ਇਹ ਬਹੁਤ ਬਿਹਤਰ ਗੱਲ ਆ, ਕਿਉਂਕਿ ਸਫੀਸ਼ੀਐਂਟ ਸਮਾਂ ਹੁੰਦਾ 24 ਘੰਟੇ ਦੇ ਵਿੱਚ ਕੁਝ ਸਪੈਸੀਫਿਕ ਮਾਤਰਾ। ਤੀਜਾ ਹਿੱਸਾ ਤੋਂ ਭਾਵ ਆ 6-7 ਘੰਟੇ। ਜੇ 6-7 ਘੰਟੇ ਤੁਸੀਂ ਪੂਰੇ ਦਿਨ 'ਚ ਸੌਣਾ, ਜੇ ਉਹਦੇ ਵਿੱਚ ਦਿਨ 'ਚ ਤੁਸੀਂ 2-3 ਘੰਟੇ ਸੌ ਲਏ ਤਾਂ ਤੁਹਾਡੇ ਉਹੀ 2-3 ਘੰਟੇ ਤੁਹਾਡੀ ਰਾਤ ਦੀ ਨੀਂਦ ਦੇ ਵਿੱਚ ਇੰਟਰਫੇਰੈਂਸਿਸ ਕਰਨਗੇ। ਇਸ ਕਰਕੇ ਦਿਨ 'ਚ ਨਾ ਸੌਵੋ। ਜੇ ਫਿਰ ਵੀ ਜ਼ਰੂਰਤ ਆ ਤਾਂ 30-40 ਮਿੰਟ ਤੋਂ ਜ਼ਿਆਦਾ ਲੰਬਾ ਨੈਪ ਨਾ ਲਓ ਦਿਨ 'ਚ। ਸਿਰਫ ਸੌਣ ਲਈ ਰਾਤ ਹੀ ਰੱਖੋ। ਔਰ ਜੇ ਤੁਸੀਂ ਸ਼ਿਫਟ 'ਚ ਕੰਮ ਕਰਦੇ ਹੋ ਤਾਂ ਫਿਰ ਤੁਹਾਨੂੰ ਹੋਰ ਜ਼ਿਆਦਾ ਜ਼ਰੂਰੀ ਆ ਕਿ ਤੁਸੀਂ ਬੜਾ ਧਿਆਨ ਰੱਖੋ ਰਾਤ ਨੂੰ। ਜੇ ਤੁਸੀਂ ਸੌ ਰਹੇ ਹੋ ਤਾਂ ਅਗਲੇ ਦਿਨ ਉਸ ਚੀਜ਼ ਨਾਲ ਆਪਣੀ ਖਾਣ ਪੀਣ ਅਤੇ ਆਪਣੀ ਫਿਜ਼ੀਕਲ ਐਕਟੀਵਿਟੀ ਦਾ ਪ੍ਰੋਪਰ ਧਿਆਨ ਰਹੋ। ਸੌਣ ਤੋਂ ਜਸਟ ਪਹਿਲਾਂ ਆਪਣੀਆਂ ਕੁਛ ਰਿਚੁਅਲਸ ਬਣਾਓ। ਕਈ ਲੋਕ ਜਿਵੇਂ ਬਰੀਦਿੰਗ ਐਕਸਰਸਾਈਜ਼, ਸਾਹਾਂ ਵਾਲੀ ਐਕਸਰਸਾਈਜ਼ ਕਰਕੇ ਸੌਵੋ, ਕੋਈ ਰਿਲੈਕਸੇਸ਼ਨ ਐਕਸਰਸਾਈਜ਼ ਕਰਕੇ ਸੌਵੋ, ਔਰ ਕੋਈ ਥੋੜ੍ਹਾ ਬਹੁਤਾ ਸੂਦਿੰਗ ਮਿਊਜ਼ਿਕ ਲਾ ਕੇ ਸੌਵੋ। ਸੋ ਵਧੇਰੀ ਅਪਡੇਟਸ ਜੋੜੋ ਦਾ ਟਾਈਮਸ ਨਾਲ। ਕੈਮਰਾਮੈਨ ਦੀਪਕ ਖੀਵਾ ਦੇ ਨਾਲ ਗੁਰਦੀਪ ਸਿੰਘ ਲੁਧਿਆਣਾ।